हेलो स्टूडेंट्स, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 10th ਸੇਫਟੀ ਵਾਈਲ ਡਰਾਈਵਿੰਗ ਕਿ ਡਰਾਈਵਿੰਗ ਕਰਨ ਵੇਲੇ ਸੁਰੱਖਿਆ ਦਾ ਖਿਆਲ ਰੱਖਣਾ। ਸੋ ਇਸ ਨੂੰ ਸਟਾਰਟ ਕਰਦੇ ਹਾਂ ਐਕਟੀਵਿਟੀ 1 ਤੋਂ। ਐਕਟੀਵਿਟੀ ਫਸਟ ਦੇ ਵਿੱਚ ਅਸੀਂ ਕਰਾਂਗੇ ਨਵੇਂ ਵਰਡਸ, ਉਹਨਾਂ ਦੇ ਮੀਨਿੰਗਸ, ਉਹਨਾਂ ਦੀ ਪ੍ਰੋਨਾਂਸੀਏਸ਼ਨ, ਸਪੈਲਿੰਗਸ, ਤਾਂ ਕਿ ਜਦੋਂ ਲੈਸਨ ਦੇ ਵਿੱਚ ਉਹ ਵਰਡਸ ਆਣ ਸਾਨੂੰ ਉਹਨਾਂ ਨੂੰ ਪੜਨ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ। ਸੋ ਫਸਟ ਹੈ ਮਿਸਚੀਫ ਸ਼ਰਾਰਤ, ਆਈਟਨਰੀ ਯਾਤਰਾ ਦਾ ਪ੍ਰੋਗਰਾਮ, ਸਨੀਕ चुपके चुपके डरते हुए, रिवर्स पिछला, मैकेनिज्म तरीका, कॉन्फिडेंस विश्वास, इंपाउंड जब्त करना, काउंसल सलाह, बलंडर वड्डी गलती, रिफ्लेक्सेस सजगता। Let's read the story. Safety while driving. Seema is a 15-year-old girl. Seema 15 ਸਾਲਾਂ ਦੀ ਕੁੜੀ ਹੈ। She loves automobiles and keeps dreaming about driving cars on the road. ਉਹ automobiles ਯਾਨੀ ਕਾਰਾਂ ਆਦ ਵਾਹਨਾਂ ਨੂੰ ਪਿਆਰ ਕਰਦੀ ਹੈ, ਪਸੰਦ ਕਰਦੀ ਹੈ ਅਤੇ ਹਮੇਸ਼ਾ ਉਹ ਕਾਰਾਂ ਨੂੰ ਸੜਕ ਤੇ ਚਲਾਉਣ ਦੇ ਸੁਪਨੇ ਲੈਂਦੀ ਹੈ। She reads a lot about cars and their mechanism on the internet. ਉਸਨੇ ਇੰਟਰਨੈਟ ਦੇ ਉੱਤੇ ਕਾਰਾਂ ਬਾਰੇ ਅਤੇ ਉਹਨਾਂ ਦੀ ਯੰਤਰ ਰਚਨਾ ਬਾਰੇ ਬਹੁਤ ਕੁਝ ਪੜ੍ਹਿਆ ਹੁੰਦਾ ਹੈ। She feels that she knows everything about driving cars. ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਕਾਰ ਦੀ ਡਰਾਈਵਿੰਗ ਬਾਰੇ ਸਭ ਕੁਝ ਪਤਾ ਹੈ। Last year ਪਿਛਲੇ ਸਾਲ ਸੀਮਾ ਵਾਜ਼ ਜਸਟ 14। ਸੀਮਾ ਸਿਰਫ 14 ਸਾਲ ਦੀ ਸੀ। ਐਂਡ ਸ਼ੀ ਟਰਾਈਡ ਟੂ ਟੇਕ ਹਰ ਮਦਰਸ ਕਾਰ ਆਊਟ ਔਨ ਦ ਰੋਡ ਟੂ ਡਰਾਈਵ ਵਿਦਾਊਟ ਟੈਲਿੰਗ ਹਰ ਮਦਰ। ਉਸ ਵੇਲੇ ਉਸ ਨੇ ਆਪਣੀ ਮੰਮੀ ਨੂੰ ਬਿਨਾਂ ਕਹੇ ਉਹਨਾਂ ਦੀ ਕਾਰ ਰੋਡ ਤੇ ਚਲਾਉਣ ਲਈ ਕੱਢ ਲਈ। ਹੇਅਰ ਸੀਮਾ ਇਜ਼ ਟੈਲਿੰਗ ਹਰ ਸਟੋਰੀ ਆਫ ਦ ਡੇ ਸ਼ੀ ਪਲੈਨਡ ਦਿਸ ਮਿਸਚੀਫ। ਇੱਥੇ ਸੀਮਾ ਆਪਣੀ ਕਹਾਣੀ ਦੱਸ ਰਹੀ ਹੈ ਜਦੋਂ ਉਸਨੇ ਇਸ ਸ਼ਰਾਰਤ ਨੂੰ ਕਰਨ ਦੀ ਯੋਜਨਾ ਬਣਾਈ। ਸੋ ਆਓ ਦੇਖਦੇ ਹਾਂ ਕਿ ਸੀਮਾ ਕਿਹੜੀ ਸਟੋਰੀ ਸੁਣਾ ਰਹੀ ਹੈ। ਆਈ ਐਮ ਸੀਮਾ, ਮੈਂ ਸੀਮਾ ਹਾਂ। ਆਈ ਐਮ ਗੋਇੰਗ ਟੂ ਟੈਲ ਯੂ ਅ ਸਮਾਲ ਇਨਸੀਡੈਂਟ ਆਫ ਮਾਈ ਲਾਈਫ। ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਛੋਟੀ ਜਿਹੀ ਘਟਨਾ ਮੇਰੀ ਜ਼ਿੰਦਗੀ ਦੀ। ਦੈਟ ਟੌਟ ਮੀ ਐਨ ਇੰਪੋਰਟੈਂਟ ਲੈਸਨ, ਜਿਸ ਘਟਨਾ ਨੇ ਮੈਨੂੰ ਬਹੁਤ ਮਹੱਤਵਪੂਰਨ ਸਬਕ ਸਿਖਾਇਆ। ਆਈ ਲਵ ਕਾਰਸ, ਮੈਂ ਕਾਰਾਂ ਨੂੰ ਪਸੰਦ ਕਰਦੀ ਹਾਂ। ਆਈ ਕੀਪ ਰੀਡਿੰਗ ਅਬਾਊਟ ਕਾਰਸ ਔਨ ਦ ਇੰਟਰਨੈਟ, ਮੈਂ ਇੰਟਰਨੈਟ ਦੇ ਉੱਤੇ ਕਾਰਸ ਬਾਰੇ ਪੜ੍ਹਦੀ ਰਹਿੰਦੀ ਹਾਂ। ਆਫਟਰ ਰੀਡਿੰਗ ਸੋ ਮਚ ਅਬਾਊਟ ਕਾਰਸ ਐਂਡ ਡਰਾਈਵਿੰਗ ਕਾਰਸ, ਕਾਰਾਂ ਬਾਰੇ ਅਤੇ ਕਾਰਾਂ ਦੀ ਡਰਾਈਵਿੰਗ ਬਾਰੇ ਬਹੁਤ ਕੁਝ ਪੜ੍ਹਨ ਤੋਂ ਬਾਅਦ ਆਈ ਫੈਲਟ, ਮੈਨੂੰ ਮਹਿਸੂਸ ਹੋਇਆ ਦੈਟ ਆਈ ਹੈਡ ਅੰਡਰਸਟੂਡ ਐਵਰੀਥਿੰਗ ਅਬਾਊਟ ਕਾਰਸ, ਕਿ ਮੈਂ ਕਾਰਸ ਬਾਰੇ ਸਭ ਕੁਝ ਸਮਝ ਲਿਆ ਹੈ। ਐਂਡ ਵੁੱਡ ਬੀ ਏਬਲ ਟੂ ਸੇਫਲੀ ਡਰਾਈਵ ਔਨ ਦ ਰੋਡ, ਅਤੇ ਮੈਂ ਹੁਣ ਇਸ ਯੋਗ ਹੋ ਗਈ ਹਾਂ ਕਿ ਕਾਰ ਦੀ ਡਰਾਈਵਿੰਗ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ ਸੜਕ ਉੱਤੇ ਕਰ ਸਕਦੀ ਹਾਂ। ਆਈ ਕਾਲਡ ਮਾਈ ਫਰੈਂਡ ਭਵਿਆ, ਮੈਂ ਆਪਣੀ ਸਹੇਲੀ ਭਵਿਆ ਨੂੰ ਬੁਲਾਇਆ, ਹੂ ਇਜ਼ ਇਕੁਅਲੀ ਇੰਟਰਸਟਿਡ ਇਨ ਡਰਾਈਵਿੰਗ, ਜੋ ਕਿ ਮੇਰੀ ਤਰ੍ਹਾਂ ਹੀ ਡਰਾਈਵਿੰਗ ਕਰਨ ਦੇ ਵਿੱਚ ਇੰਟਰਸਟਿਡ ਸੀ। ਐਂਡ ਆਲਸੋ ਨੋਜ਼ ਹਾਊ ਟੂ ਰਾਈਡ ਅ ਮੋਬਾਈਕ, ਅਤੇ ਉਸਨੂੰ ਪਤਾ ਸੀ ਕਿ ਇੱਕ ਮੋਟਰਸਾਈਕਲ ਕਿੱਦਾਂ ਚਲਾਈਦਾ ਹੈ। ਆਈ ਟੋਲਡ ਹਰ ਦੈਟ ਮਾਈ ਮਦਰ ਵਾਜ਼ ਗੋਇੰਗ ਟੂ ਦਿੱਲੀ, ਮੈਂ ਉਸਨੂੰ ਦੱਸਿਆ ਕਿ ਮੇਰੇ ਮੰਮੀ ਦਿੱਲੀ ਜਾ ਰਹੇ ਸਨ। ਐਂਡ ਹਰ ਕਾਰ ਵੁੱਡ ਬੀ ਫ੍ਰੀ, ਅਤੇ ਉਹਨਾਂ ਦੀ ਕਾਰ ਇੱਥੇ ਫ੍ਰੀ ਹੋਵੇਗੀ। ਭਵਿਆ ਆਲਸੋ ਗੋਟ ਐਕਸਾਈਟਿਡ, ਭਵਿਆ ਵੀ ਬਹੁਤ ਜ਼ਿਆਦਾ ਉਤੇਜਿਤ ਹੋ ਗਈ। ਐਂਡ ਸੈਡ ਦੈਟ ਸ਼ੀ ਵੁੱਡ ਕਮ ਟੂ ਮਾਈ ਹਾਊਸ, ਅਤੇ ਉਸਨੇ ਕਿਹਾ ਕਿ ਉਹ ਮੇਰੇ ਘਰ ਆਏਗੀ। ਦ ਨੈਕਸਟ ਡੇ, ਅਗਲੇ ਦਿਨ ਮਾਈ ਮਦਰ ਵੈਂਟ ਟੂ ਦਿੱਲੀ, ਮੇਰੇ ਮੰਮੀ ਜੀ ਦਿੱਲੀ ਚਲੇ ਗਏ। ਐਂਡ ਆਈ ਕਾਲਡ ਭਵਿਆ ਹੋਮ, ਅਤੇ ਮੈਂ ਭਵਿਆ ਨੂੰ ਆਪਣੇ ਘਰ ਬੁਲਾ ਲਿਆ। ਭਵਿਆ ਕੇਮ ਹੋਮ ਐਂਡ ਵੀ ਸਟਾਰਟਡ ਪਲੈਨਿੰਗ ਆਰ ਆਈਟਨਰੀ, ਭਵਿਆ ਮੇਰੇ ਘਰ ਆ ਗਈ ਅਤੇ ਅਸੀਂ ਆਪਣੀ ਯਾਤਰਾ ਦੀ ਯੋਜਨਾ ਬਣਾਈ। ਵੀ ਪਲੈਨਡ ਟੂ ਗੋ ਟੂ ਸੈਕਟਰ 17, ਅਸੀਂ 17 ਸੈਕਟਰ ਜਾਣ ਦੀ ਯੋਜਨਾ ਬਣਾਈ। ਵਿਚ ਇਜ਼ ਅ ਹਿਊਜ ਸ਼ਾਪਿੰਗ ਕੰਪਲੈਕਸ, ਜਿਹੜਾ ਕਿ ਇੱਕ ਬਹੁਤ ਵੱਡਾ ਸ਼ਾਪਿੰਗ ਕੰਪਲੈਕਸ ਹੈ। ਸਿੰਸ ਇਟ ਵਾਜ਼ ਗੋਇੰਗ ਟੂ ਬੀ ਮਾਈ ਫਸਟ ਐਕਸਪੀਰੀਅੰਸ ਆਫ ਡਰਾਈਵਿੰਗ, ਕਿਉਂ ਜੋ ਇਹ ਮੇਰਾ ਪਹਿਲਾ ਡਰਾਈਵਿੰਗ ਐਕਸਪੀਰੀਅੰਸ ਹੋਣ ਜਾ ਰਿਹਾ ਸੀ। ਆਈ ਆਸਕਡ ਭਵਿਆ ਟੂ ਟੇਕ ਦ ਕਾਰ ਆਊਟ ਆਫ ਦ ਗੈਰੇਜ, ਮੈਂ ਭਵਿਆ ਨੂੰ ਕਿਹਾ ਕਿ ਉਹ ਗੈਰੇਜ ਦੇ ਵਿੱਚੋਂ ਕਾਰ ਨਿਕਾਲੇ। ਵੀ ਸਨੀਕਡ ਆਊਟ ਆਫ ਦ ਹਾਊਸ ਵਿਦ ਦ ਕਾਰ ਕੀਜ਼, ਸਨੀਕਡ ਆਊਟ ਹੁੰਦਾ ਚੁਪਕੇ ਬਾਹਰ ਨਿਕਲਣਾ। ਅਸੀਂ ਕਾਰ ਦੀਆਂ ਚਾਬੀਆਂ ਦੇ ਨਾਲ ਚੁਪਕੇ ਘਰ ਚੋਂ ਬਾਹਰ ਨਿਕਲੇ।
ਭਵਿਆ sat in the driving seat. ਭਵਿਆ ਡਰਾਈਵਿੰਗ ਸੀਟ ਤੇ ਬੈਠ ਗਈ ਐਂਡ ਸਟਾਰਟਡ ਰਿਵਰਸਿੰਗ ਦ ਕਾਰ ਅਤੇ ਉਸਨੇ ਕਾਰ ਨੂੰ ਰਿਵਰਸ ਕਰਨਾ ਸ਼ੁਰੂ ਕੀਤਾ। ਭਵਿਆ ਟੁੱਕ ਆਊਟ ਦ ਕਾਰ ਵੈਰੀ ਕੌਨਫੀਡੈਂਟਲੀ। ਭਵਿਆ ਨੇ ਬਹੁਤ ਹੀ ਵਿਸ਼ਵਾਸ ਦੇ ਨਾਲ ਕਾਰ ਨੂੰ ਬਾਹਰ ਕੱਢਿਆ। ਵੀ ਬੋਥ ਵਰ ਵੈਰੀ ਹੈਪੀ। ਅਸੀਂ ਦੋਨੋਂ ਬਹੁਤ ਖੁਸ਼ ਸੀ। ਆਈ ਟੋਲਡ ਹਰ ਦੈਟ ਸ਼ੀ ਸ਼ੁੱਡ ਕੰਟੀਨਿਊ ਟੂ ਡਰਾਈਵ ਟਿਲ ਦ ਐਂਡ ਆਫ ਦ ਰੋਡ। ਮੈਂ ਉਸ ਨੂੰ ਕਿਹਾ ਕਿ ਉਸ ਨੂੰ ਇਸ ਰੋਡ ਦੇ ਖਤਮ ਹੋਣ ਤੱਕ ਇਹ ਕਾਰ ਚਲਾ ਲੈਣੀ ਚਾਹੀਦੀ ਹੈ। ਐਂਡ ਆਫਟਰ ਦੈਟ ਆਈ ਵੁੱਡ ਟੇਕ ਮਾਈ ਟਰਨ ਟੂ ਡਰਾਈਵ। ਤੇ ਉਸ ਤੋਂ ਬਾਅਦ ਮੈਂ ਆਪਣੀ ਵਾਰੀ ਲਵਾਂਗੀ ਇਸ ਨੂੰ ਡਰਾਈਵ ਕਰਨ ਦੀ। ਭਵਿਆ ਸਟਾਰਟਡ ਡਰਾਈਵਿੰਗ। ਭਵਿਆ ਨੇ ਡਰਾਈਵਿੰਗ ਸਟਾਰਟ ਕੀਤੀ ਸਿੰਸ ਸ਼ੀ ਕੁਡ ਰਾਈਡ ਅ ਮੋਬਾਈਕ, ਜਦੋਂ ਕਿ ਉਸਨੇ ਮੋਟਰਸਾਈਕਲ ਕਿੰਨੀ ਵਾਰ ਚਲਾਇਆ ਹੋਇਆ ਸੀ। ਐਂਡ ਆਲਸੋ ਹੈਲਪਡ ਹਰ ਫਾਦਰ ਮੈਨੀ ਟਾਈਮਸ ਇਨ ਟੇਕਿੰਗ ਦ ਕਾਰ ਆਊਟ ਆਫ ਦ ਗੇਟ। ਅਤੇ ਆਪਣੇ ਪਿਤਾ ਜੀ ਦੀ ਵੀ ਕਈ ਵਾਰ ਮਦਦ ਕੀਤੀ ਸੀ ਉਹਨਾਂ ਦੀ ਕਾਰ ਘਰ ਤੋਂ ਬਾਹਰ ਕੱਢਣ ਵਿੱਚ। ਸ਼ੀ ਨਿਊ ਦ ਮੈਕੈਨਿਜ਼ਮ। ਉਸ ਨੂੰ ਇਸ ਦੇ ਚਲਾਉਣ ਦਾ ਤਰੀਕਾ ਪਤਾ ਸੀ। ਐਂਡ ਡਰੋਵ ਵਿਦ ਕੌਨਫੀਡੈਂਸ। ਅਤੇ ਉਸਨੇ ਬਹੁਤ ਕੌਨਫੀਡੈਂਸ ਦੇ ਨਾਲ ਕਾਰ ਚਲਾਈ। ਐਜ਼ ਵੀ ਰੀਚਡ ਦ ਐਂਡ ਆਫ ਦ ਰੋਡ। ਜਦੋਂ ਅਸੀਂ ਉਸ ਰੋਡ ਦੇ ਅਖੀਰ ਤੇ ਪਹੁੰਚੇ I asked her to stop the car. ਮੈਂ ਉਸ ਨੂੰ ਕਿਹਾ ਕਿ ਕਾਰ ਨੂੰ ਸਟਾਪ ਕਰੇ। As she was trying to stop the car, ਜਿਵੇਂ ਹੀ ਉਹ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, two traffic policemen came out from behind the trees. ਦੋ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਦਰਖਤਾਂ ਦੇ ਪਿੱਛੋਂ ਦੀ ਬਾਹਰ ਨਿਕਲੇ। They asked us to come out of the car. ਉਹਨਾਂ ਨੇ ਸਾਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। And asked ਭਵਿਆ to show them her driving license. ਤੇ ਭਵਿਆ ਨੂੰ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਕਿਹਾ। She was only 14 years old. ਭਵਿਆ ਸਿਰਫ 14 ਸਾਲ ਦੀ ਸੀ। ਐਂਡ ਲਾਈਕ ਮੀ ਸ਼ੀ ਡਿਡ ਨਾਟ ਹੈਵ ਅ ਡਰਾਈਵਿੰਗ ਲਾਇਸੈਂਸ। ਅਤੇ ਮੇਰੇ ਵਾਂਗ ਹੀ ਉਸ ਕੋਲ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਦ ਪੁਲਿਸਮੈਨ ਆਸਕਡ ਅਸ ਆਰ ਨੇਮਸ, ਆਰ ਏਜ ਐਂਡ ਐਡਰੈਸਿਸ। ਪੁਲਿਸ ਦੇ ਕਰਮਚਾਰੀਆਂ ਨੇ ਸਾਡੇ ਨਾਮ ਪੁੱਛੇ, ਸਾਡੀ ਉਮਰ ਪੁੱਛੀ ਤੇ ਸਾਡਾ ਪਤਾ ਪੁੱਛਿਆ। They also took our parents' mobile numbers and called them. ਉਹਨਾਂ ਨੇ ਸਾਡੇ ਤੋਂ ਸਾਡੇ ਮਾਤਾ-ਪਿਤਾ ਦੇ ਨੰਬਰ ਲਏ ਅਤੇ ਉਹਨਾਂ ਨੂੰ ਕਾਲ ਕੀਤੀ। My mother was on her way to Delhi. ਮੇਰੇ ਮੰਮੀ ਜੀ ਦਿੱਲੀ ਦੇ ਰਸਤੇ ਵਿੱਚ ਸਨ when she received the phone. ਜਦੋਂ ਉਹਨਾਂ ਨੂੰ ਪੁਲਿਸ ਦੁਆਰਾ ਕੀਤਾ ਗਿਆ ਫੋਨ ਮਿਲਿਆ, she immediately called my father. ਉਹਨਾਂ ਨੇ ਤੁਰੰਤ ਮੇਰੇ ਪਿਤਾ ਜੀ ਨੂੰ ਫੋਨ ਕੀਤਾ and asked him to meet the police. ਅਤੇ ਉਹਨਾਂ ਨੂੰ ਪੁਲਿਸ ਨੂੰ ਜਾ ਕੇ ਮਿਲਣ ਲਈ ਕਿਹਾ। ਭਵਿਆ's father came. ਭਵਿਆ ਦੇ ਪਿਤਾ ਜੀ ਆ ਗਏ and the policeman told him. ਅਤੇ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਕਿਹਾ they would impound the car. ਉਹ ਕਾਰ ਨੂੰ ਜ਼ਬਤ ਕਰ ਲੈਣਗੇ as two minors were sitting in the car. ਕਿਉਂਕਿ ਦੋ ਨਾਬਾਲਗ ਕਾਰ ਦੇ ਵਿੱਚ ਬੈਠੇ ਸਨ and one of them was driving. ਅਤੇ ਉਹਨਾਂ ਵਿੱਚੋਂ ਇੱਕ ਕਾਰ ਚਲਾ ਰਹੀ ਸੀ। The car was impounded. ਕਾਰ ਜ਼ਬਤ ਕਰ ਲਈ ਗਈ and the police took both of us to the police station. ਅਤੇ ਪੁਲਿਸ ਸਾਨੂੰ ਦੋਨਾਂ ਨੂੰ ਪੁਲਿਸ ਸਟੇਸ਼ਨ ਲੈ ਗਈ for writing the report. ਰਿਪੋਰਟ ਲਿਖਣ ਲਈ। They also counseled us. ਉਹਨਾਂ ਨੇ ਸਾਨੂੰ ਸਲਾਹ ਵੀ ਦਿੱਤੀ on the consequences of what we were planning to do. ਕਿ ਜੋ ਅਸੀਂ ਕੰਮ ਕਰਨ ਜਾ ਰਹੇ ਸੀ ਉਹਦੇ ਨਤੀਜੇ ਕੀ ਭੁਗਤਣੇ ਪੈ ਸਕਦੇ ਹਨ, ਇਸ ਬਾਰੇ ਉਹਨਾਂ ਨੇ ਸਾਨੂੰ ਸਲਾਹ ਦਿੱਤੀ। They said. ਉਹਨਾਂ ਨੇ ਕਿਹਾ that we could have met with an accident. ਕਿ ਅਸੀਂ ਦੁਰਘਟਨਾਗ੍ਰਸਤ ਵੀ ਹੋ ਸਕਦੇ ਸੀ and we might have hurt ourselves badly. ਅਤੇ ਇਹ ਵੀ ਪੋਸੀਬਲ ਸੀ ਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਬੈਠਦੇ। They also told us that we could have also injured someone on the road. ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਹ ਵੀ ਪੋਸੀਬਲ ਸੀ ਕਿ ਤੁਸੀਂ ਕਿਸੇ ਨੂੰ ਵੀ ਇੰਜਰਡ ਕਰ ਸਕਦੇ ਸੀ, ਕਿਸੇ ਨੂੰ ਵੀ ਜ਼ਖਮੀ ਕਰ ਸਕਦੇ ਸੀ। Then they showed us pictures of some accidents. ਫਿਰ ਉਹਨਾਂ ਨੇ ਸਾਨੂੰ ਕੁਝ ਦੁਰਘਟਨਾਵਾਂ ਦੀਆਂ ਤਸਵੀਰਾਂ ਦਿਖਾਈਆਂ। We both got very scared. ਅਸੀਂ ਦੋਨੋਂ ਬਹੁਤ ਜ਼ਿਆਦਾ ਡਰ ਗਏ when we saw the pictures in which a child had died. ਜਦੋਂ ਅਸੀਂ ਉਹ ਤਸਵੀਰਾਂ ਦੇਖੀਆਂ ਜਿਹਦੇ ਵਿੱਚ ਇੱਕ ਬੱਚਾ ਮਰ ਗਿਆ ਸੀ। We looked at each other. ਅਸੀਂ ਇੱਕ ਦੂਜੇ ਵੱਲ ਦੇਖਿਆ and decided never to repeat such a blunder. ਤੇ ਅਸੀਂ ਫੈਸਲਾ ਕੀਤਾ ਕਿ ਕਦੀ ਵੀ ਏਡੀ ਵੱਡੀ ਭੁੱਲ ਦੁਬਾਰਾ ਦੁਹਰਾਵਾਂਗੇ ਨਹੀਂ। We decided that we will learn how to drive from a driving school when we turn 18. ਅਸੀਂ ਫੈਸਲਾ ਕੀਤਾ ਕਿ ਜਦੋਂ ਅਸੀਂ 18 ਸਾਲਾਂ ਦੇ ਹੋ ਜਾਵਾਂਗੇ ਤਾਂ ਅਸੀਂ ਕਿਸੇ ਡਰਾਈਵਿੰਗ ਸਕੂਲ ਦੇ ਵਿੱਚੋਂ ਡਰਾਈਵਿੰਗ ਸਿੱਖ ਕੇ ਹੀ ਗੱਡੀ ਚਲਾਉਣੀ ਸ਼ੁਰੂ ਕਰਾਂਗੇ। So that was Seema's story. So ਉਹ ਤਾਂ ਸੀ
ਸੀਮਾ ਦੀ ਸਟੋਰੀ, knowing the mechanism of cars does not make you a good driver, ਕਿ ਕਾਰ ਚਲਾਉਣ ਦੇ ਤੌਰ ਤਰੀਕਿਆਂ ਨੂੰ ਜਾਣਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਚੰਗੇ ਡਰਾਈਵਰ ਬਣ ਗਏ ਹੋ। ਡਰਾਈਵਿੰਗ ਇਜ਼ ਅ ਸਕਿੱਲ, ਡਰਾਈਵਿੰਗ ਇੱਕ ਕਲਾ ਹੈ which is learnt with a lot of practice, ਜੋ ਕਿ ਬਹੁਤ ਸਾਰੀ ਪ੍ਰੈਕਟਿਸ ਕਰਕੇ ਸਿੱਖੀ ਜਾਂਦੀ ਹੈ। it is important to know the rules of the road, ਬਹੁਤ ਜ਼ਰੂਰੀ ਹੈ ਕਿ ਸੜਕ ਦੇ ਨਿਯਮ ਸਿੱਖੇ ਜਾਣ, and to understand the traffic signals, ਅਤੇ ਟ੍ਰੈਫਿਕ ਸਿਗਨਲਸ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ। traffic lights show people when it is safe to cross the road and when to stop, traffic lights ਲੋਕਾਂ ਨੂੰ ਇਹ ਦਰਸਾਉਂਦੀਆਂ ਹਨ ਕਿ ਕਦੋਂ ਰੋਡ ਕ੍ਰੋਸ ਕਰਨੀ ਹੈ ਤੇ ਕਦੋਂ ਰੁਕਣਾ ਹੈ। road rules and the traffic signals are for the safety of the road users, ਸੜਕ ਦੇ ਨਿਯਮ ਅਤੇ ਟ੍ਰੈਫਿਕ ਦੇ ਸਿਗਨਲਸ ਇਹ ਸੜਕ ਨੂੰ ਵਰਤਣ ਵਾਲਿਆਂ ਦੀ ਸੁਰੱਖਿਆ ਲਈ ਹਨ। once on the road, ਜਦੋਂ ਅਸੀਂ ਰੋਡ ਤੇ ਹੋਈਏ, we all need to be very careful, ਸਾਨੂੰ ਸਾਰਿਆਂ ਨੂੰ ਬਹੁਤ ਹੀ ਸਾਵਧਾਨ ਹੋਣ ਦੀ ਲੋੜ ਹੈ। the driver should be patient, ਗੱਡੀ ਚਲਾਉਣ ਵਾਲਿਆਂ ਨੂੰ ਸਬਰ ਦੇ ਧਾਰਨੀ ਹੋਣਾ ਚਾਹੀਦਾ ਹੈ। considerate, ਵਿਚਾਰਸ਼ੀਲ and must have quick reflexes, ਅਤੇ ਉਹਨਾਂ ਕੋਲ ਤੇਜ਼ ਸਜਗਤਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਤੇਜ਼ੀ ਨਾਲ ਫੈਸਲਾ ਲੈ ਸਕਣ। the pedestrians should be patient, ਇਸੇ ਤਰ੍ਹਾਂ ਪੈਦਲ ਚੱਲਣ ਵਾਲਿਆਂ ਕੋਲ ਵੀ ਸਬਰ ਹੋਣਾ ਚਾਹੀਦਾ ਹੈ। cautious and alert, ਭਾਵੋ ਸਤਰਕ ਵੀ ਹੋਣੇ ਚਾਹੀਦੇ ਹਨ। always remember that safety must come first when driving, ਹਮੇਸ਼ਾ ਯਾਦ ਰੱਖੋ ਕਿ ਡਰਾਈਵਿੰਗ ਕਰਨ ਵੇਲੇ ਅਸੀਂ ਸੁਰੱਖਿਆ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਹੈ। ਓਕੇ ਜੀ, ਨਾਓ ਐਕਟੀਵਿਟੀ ਸੈਕਿੰਡ, ਲੁੱਕ ਐਟ ਦ ਗ੍ਰਿਡ। ਹੇਠਾਂ ਦਿੱਤੇ ਹੋਏ ਗ੍ਰਿਡ ਨੂੰ ਦੇਖੋ ਐਂਡ ਸਰਕਲ ਦ ਵਰਡਸ ਟੇਕਨ ਫਰੋਮ ਦ ਚੈਪਟਰ which mean the following, ਲੈਸਨ ਵਿੱਚੋਂ ਲਏ ਗਏ ਉਹਨਾਂ ਵਰਡਸ ਨੂੰ ਐਨਸਰਕਲ ਕਰੋ ਜਿਨ੍ਹਾਂ ਦੇ ਮੀਨਿੰਗ ਹੇਠ ਲਿਖੇ ਹਨ। the first one is done for you, ਪਹਿਲਾ ਤੁਹਾਡੇ ਵਾਸਤੇ ਕੀਤਾ ਹੋਇਆ ਹੈ। ਸੋ ਫਸਟ ਕੀ ਹੈ? a person who walks on the road, ਇੱਕ ਵਿਅਕਤੀ ਜੋ ਰੋਡ ਤੇ ਚੱਲਦਾ ਹੈ ਉਹਨੂੰ ਕੀ ਕਹਾਂਗੇ? pedestrian, ਸੋ ਪੈਦਲ ਚੱਲਣ ਵਾਲਾ। ਸੈਕਿੰਡ, alert and careful, ਉਹਨੂੰ ਆਪਾਂ ਕਹਾਂਗੇ cautious, ਦੇਖੋ ਸਭ ਤੋਂ ਹੇਠਾਂ ਲਿਖਿਆ ਨਾ, yes। ਥਰਡ, when two vehicles get hit, ਜਦੋਂ ਦੋ ਗੱਡੀਆਂ ਦੀ ਆਪਸ ਚ ਟੱਕਰ ਹੋਵੇ ਉਹਨੂੰ ਆਪਾਂ ਕਹਾਂਗੇ accident। fourth, to take into custody of the law, ਕਿਸੇ ਨੂੰ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਆਣਾ, ਉਹ ਕੀ ਹੋਏਗਾ? impound। mistake, blunder, ਸੋ ਮੇਰੇ ਕੋਲ ਇੱਥੇ ਮਿਸਪ੍ਰਿੰਟ ਹੈ, ਹੋ ਸਕਦਾ ਤੁਹਾਡੇ ਕੋਲ ਜਿਹੜੀ ਨਵੀਂ ਐਡੀਸ਼ਨ ਵਾਲੀ ਬੁੱਕ ਹੋਵੇ ਉਹਦੇ ਵਿੱਚ ਇਹ ਮਿਸਪ੍ਰਿੰਟ ਨਾ ਹੋਵੇ, ਉਹਦੇ ਵਿੱਚ ਇਹ ਗਲਤੀ ਠੀਕ ਕਰ ਲਈ ਗਈ ਹੋਵੇ। ਸੋ ਮਿਸਟੇਕ ਮਤਲਬ ਬਲੰਡਰ। ਨੈਕਸਟ, ਟੂ ਟਰਨ ਇਨ ਐਨ ਆਪੋਜ਼ਿਟ ਡਾਇਰੈਕਸ਼ਨ, ਕਿ ਉਲਟ ਦਿਸ਼ਾ ਦੇ ਵੱਲ ਮੁੜਨਾ, ਰਿਵਰਸ। ਸੈਵਨਥ, ਈਗਰ ਐਂਡ ਐਂਥੂਜ਼ੀਆਸਟਿਕ, ਐਕਸਾਈਟਡ। ਏਟਥ, ਦ ਇਫੈਕਟ, ਰਿਜ਼ਲਟ or outcome of something, consequences। next, advice, opinion or instruction given, so ये पहली लाइन ची है counsel। next, a person under the age of 18 in India, ਉਹਨੂੰ ਆਪਾਂ ਕਹਾਂਗੇ minor। next, activity third, match the words given in the table with their antonyms, so ਇਸ ਵਿੱਚ ਅਸੀਂ ਦਿੱਤੇ ਹੋਏ words ਨੂੰ ਉਹਨਾਂ ਦੇ ਵਿਰੋਧੀ ਸ਼ਬਦਾਂ ਦੇ ਨਾਲ ਮਿਲਾਉਣਾ ਹੈ। write the number of the word in the column given on the right hand side, so ਅਸੀਂ ਜੋ antonyms ਦੇ ਅੱਗੇ ਜੋ numbers ਲਈ ਖਾਲੀ boxes ਹਨ ਉਹਨਾਂ ਦੇ ਵਿੱਚ number fill ਕਰਨੇ ਹਨ ਕਿ ਉਹ ਕਿਸ word ਦੇ antonym ਹਨ। the first one is done for you, ਪਹਿਲਾ ਤੁਹਾਡੇ ਲਈ ਕੀਤਾ ਹੋਇਆ ਹੈ, ਸੋ ਨੀਚੇ ਲਿਖਿਆ ਹੈ below ਤੇ ਅੱਗੇ ਕੀ ਲਿਖਿਆ? first। ਇਹਦਾ ਮਤਲਬ ਜੋ first ਤੇ word ਹੈ above ਉਹਦਾ antonym ਕੀ ਹੋਇਆ? below। ਓਕੇ, ਸੋ ਇਸੇ ਤਰ੍ਹਾਂ ਆਪਾਂ ਸਾਰੇ ਕਰਨੇ ਹਨ। next ਹੈ absent, present। third ਹੈ accept, ਸਵੀਕਾਰ ਕਰਨਾ। decline, ਨਕਾਰ ਦੇਣਾ, ਮਨਾ ਕਰ ਦੇਣਾ। advantage, ਲਾਭ ਲੈਣਾ। disadvantage, ਹਾਨੀ। before, ਪਹਿਲਾਂ। after, ਬਾਅਦ ਵਿੱਚ। for, ਵੱਲ। against, ਵਿਰੁੱਧ। seventh, agree, ਸਹਿਮਤ ਹੋਣਾ। disagree, ਅਸਹਿਮਤ ਹੋਣਾ। next, dead, ਮਰਨਾ। alive, ਜ਼ਿੰਦਾ। always, ਹਮੇਸ਼ਾ। never, ਕਦੀ ਵੀ ਨਹੀਂ। question, ਪ੍ਰਸ਼ਨ। answer, ਉੱਤਰ। appear, ਪ੍ਰਗਟ ਹੋਣਾ। disappear, ਅਲੋਪ ਹੋਣਾ। arrive, ਪਹੁੰਚਣਾ। depart, ਨਿਕਲਣਾ। kind, ਦਿਆਲੂ। cruel, ਅਤਿਆਚਾਰੀ। full,
पूरा, empty खाली, front अगला, back पिछला, beautiful खूबसूरत, ugly बदसूरत, below हेठा, above ऊपर, heavy पारा, light हल्का, blunt खुरदरा, sharp तिखा, केयरफुल सावधान, केयरलेस असावधान। नैक्सट लर्निंग टू रीड एंड कंप्रीहेंड। सो आओ ਅਸੀਂ ਐਕਟੀਵਿਟੀ 4 ਕਰਦੇ ਹਾਂ ਜਿਹਦੇ ਵਿੱਚ ਅਸੀਂ ਜੋ ਸਿੱਖਿਆ ਹੈ ਉਹਦੀ ਸਾਨੂੰ ਕਿੰਨੀ ਕੁ ਸਮਝ ਲੱਗੀ ਹੈ ਉਹ ਦੇਖਣ ਲਈ ਅਸੀਂ ਕੁਐਸਚਨ ਦੇ ਆਨਸਰਸ ਦਿੰਨੇ ਹਾਂ। ਸੋ ਫਰਸਟ ਕੁਐਸਚਨ ਹੈ what does सीमा love? सीमा किस चीज़ ਨੂੰ ਪਿਆਰ ਕਰਦੀ ਹੈ? सीमा loves automobiles ਕਿ सीमा ਕਾਰਾਂ ਨੂੰ ਪਸੰਦ ਕਰਦੀ ਹੈ। Second, what does she read on the internet? ਉਹ ਇੰਟਰਨੈਟ ਤੇ ਕੀ ਪੜ੍ਹਦੀ ਹੈ? She reads a lot about cars and their mechanism on the internet. ਉਹ ਕਾਰਾਂ ਬਾਰੇ ਅਤੇ ਉਹਨਾਂ ਦੀ ਬਣਤਰ ਬਾਰੇ ਇੰਟਰਨੈਟ ਤੇ ਪੜ੍ਹਦੀ ਰਹਿੰਦੀ ਹੈ। Third, why did she call her friend Bhavya? ਉਸਨੇ ਆਪਣੀ ਫਰੈਂਡ ਭਵਿਆ ਨੂੰ ਕਿਉਂ ਬੁਲਾਇਆ? She called her friend Bhavya to drive the car. Next, what did Seema and Bhavya decide? Seema ਅਤੇ ਭਵਿਆ ਨੇ ਕੀ ਫੈਸਲਾ ਲਿਆ? They decided to drive the car in the absence of her mother. What was their itinerary? ਉਹਨਾਂ ਦਾ ਯਾਤਰਾ ਦਾ ਕੀ ਪਲਾਨ ਸੀ? They planned to go to sector 17. Next, who did they meet at the end of the road? Road ਦੇ ਖਤਮ ਹੋਣ ਤੇ ਉਹ ਕਿਹਨਾਂ ਨੂੰ ਮਿਲੇ? They met with two traffic policemen at the end of the road. What did the police do? पुलिस ने की कीता? The police impounded the car and took both of them to the police station for writing the report. Next, how did the police counsel Seema and Bhavya? पुलिस ने सीमा ਅਤੇ ਭਵਿਆ ਨੂੰ ਕਿਸ ਤਰ੍ਹਾਂ ਸਮਝਾਇਆ? They counseled Seema and Bhavya on the consequences of what they were planning to do. ਸੀਮਾ ਅਤੇ ਭਵਿਆ ਜੋ ਕੁਝ ਕਰਨ ਜਾ ਰਹੇ ਸਨ ਉਹਨਾਂ ਦੇ ਨਤੀਜਿਆਂ ਬਾਰੇ ਦੱਸ ਕੇ ਪੁਲਿਸ ਨੇ ਉਹਨਾਂ ਨੂੰ ਸਮਝਾਇਆ। Next, what did Seema and Bhavya decide after the counseling? Counseling ਤੋਂ ਬਾਅਦ ਸੀਮਾ ਅਤੇ ਭਵਿਆ ਨੇ ਕੀ decide ਕੀਤਾ? They decided never to repeat such a blunder. ਉਹਨਾਂ ਨੇ ਐਡੀ ਵੱਡੀ ਭੁੱਲ ਦੁਬਾਰਾ ਨਾ ਦੁਹਰਾਉਣ ਦਾ ਫੈਸਲਾ ਕੀਤਾ। Activity 5, discuss group work. So एक group work है जो तुसी discuss करना है कि discuss करना what mistake did the two girls commit ਹੁੰਦਾ ਕੀਤੀ। सो आम करके mistake ਦੇ ਨਾਲ ਆਉਂਦਾ ਹੈ ਕਿ commit a mistake means ਗਲਤੀ ਕੀਤੀ। सो ਇੱਥੇ question ਹੈ ਕਿ ਲੜਕੀਆਂ ਨੇ ਕਿਹੜੀ ਗਲਤੀ ਕੀਤੀ? Had the police not caught them near their home, what could have happened to them? ਜੇ ਪੁਲਿਸ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਨਾ ਫੜਦੀ ਤਾਂ ਕੀ ਵਾਪਰ ਸਕਦਾ ਸੀ? ਸੋ ਇੱਥੇ ਤੁਸੀਂ ਪਹਿਲਾਂ ਪੰਜਾਬੀ ਜਾਂ ਹਿੰਦੀ 'ਚ ਡਿਸਕਸ ਕਰ ਸਕਦੇ ਹੋ ਫਿਰ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਸੋ ਇੱਥੇ ਤੁਸੀਂ ਕਹਿ ਸਕਦੇ ਹੋ ਕਿ had the police not caught them near their home, they met with an accident and they as well as other people could be injured. What are the two most important traffic rules that we all should follow? Traffic ਦੇ ਸਭ ਤੋਂ ਮਹੱਤਵਪੂਰਨ ਦੋ ਰੂਲਸ ਕਿਹੜੇ ਹਨ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਫੋਲੋ ਕਰਨੇ ਚਾਹੀਦੇ ਹਨ? Why do you think it is important to follow traffic rules? ਤੇ ਤੁਸੀਂ ਅਜਿਹਾ ਕਿਉਂ ਸੋਚਦੇ ਹੋ ਕਿ ਇਹ ਰੂਲਸ ਤਾਂ ਫੋਲੋ ਕਰਨੇ ਬਹੁਤ ਜ਼ਰੂਰੀ ਹਨ? ਸੋ ਪਹਿਲਾਂ ਤੁਸੀਂ ਦੱਸ ਸਕਦੇ ਹੋ ਕਿ we should never cross red light. If we do, then we can easily meet with an accident. Second है कि we should use indicator at every turn so that your vehicle cannot be hit by another vehicle which is following you. C, why is it important for everyone on the road to be patient? ਕਿ ਜੋ ਵੀ ਵਿਅਕਤੀ ਸੜਕ ਤੇ ਹਨ ਚਾਹੇ ਆਪਣੇ ਵਹੀਕਲ ਨਾਲ ਹਨ ਚਾਹੇ ਪੈਦਲ ਹਨ ਉਹਨਾਂ ਸਾਰਿਆਂ ਵਾਸਤੇ ਪੇਸ਼ੈਂਟ ਹੋਣਾ ਕਿਉਂ ਜ਼ਰੂਰੀ ਹੈ? ਭਾਵ ਸਬਰ ਦੇ ਧਾਰਨੀ ਹੋਣਾ ਕਿਉਂ ਜ਼ਰੂਰੀ ਹੈ? ਤੁਸੀਂ ਤੇ ਕਹਿ ਸਕਦੇ ਹੋ ਕਿ ਪੇਸ਼ੈਂਸ ਸ਼ੁੱਡ ਬੀ ਆਰ ornament. ornament ਹੁੰਦਾ ਗਹਿਣਾ ਕਿ ਸਾਡਾ ਸਭ ਤੋਂ ਵਧੀਆ ਗਹਿਣਾ ਕੀ ਹੋਣਾ ਚਾਹੀਦਾ? Patience. At first we should think about others. We should wait for our turn. We should follow the principle after you. ਕਿ ਸਾਨੂੰ ਇੱਕ ਪ੍ਰਿੰਸੀਪਲ ਨੂੰ ਫੋਲੋ ਕਰਨਾ ਚਾਹੀਦਾ। ਉਹ ਪ੍ਰਿੰਸੀਪਲ ਕਿਹੜਾ?
ਆਫਟਰ ਯੂ। ਸੋ ਇੱਥੇ ਪ੍ਰਿੰਸੀਪਲ ਉਹ ਨਹੀਂ ਜੋ ਸਕੂਲ ਦੇ ਪ੍ਰਿੰਸੀਪਲ ਹੁੰਦੇ ਨੇ। ਸੋ ਇੱਥੇ ਪ੍ਰਿੰਸੀਪਲ ਮਤਲਬ ਸਿਧਾਂਤ, ਕਿ ਸਾਨੂੰ ਇਸ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਹੜੇ ਸਿਧਾਂਤ ਦੀ? ਆਫਟਰ ਯੂ, ਕਿ ਮੈਂ ਤੁਹਾਡੇ ਤੋਂ ਬਾਅਦ ਚੱਲਾਂਗਾ। ਸੋ ਇਨ ਦਿਸ ਵੇ ਵੀ ਸ਼ੁੱਡ ਪ੍ਰਮੋਟ ਸਮੂਥ ਡਰਾਈਵਿੰਗ ਔਨ ਦ ਰੋਡਸ। ਨੈਕਸਟ, ਐਕਟਿਵ ਐਂਡ ਪੈਸਿਵ ਵੌਇਸ। ਸੋ ਅਗਲਾ ਅਸੀਂ ਸਿੱਖਾਂਗੇ ਐਕਟਿਵ ਐਂਡ ਪੈਸਿਵ ਵੌਇਸ। ਐਕਟਿਵ ਕੀ ਹੁੰਦੇ ਨੇ, ਪੈਸਿਵ ਕੀ ਹੁੰਦੇ ਨੇ, ਆਓ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਵੌਇਸ ਇਜ਼ ਦ ਫਾਰਮ ਆਫ ਅ ਵਰਬ that shows its connection with the subject। so voice ਦਾ ਮਤਲਬ ਹੈ ਕਿਰਿਆ ਦੀ ਇੱਕ ਕਿਸਮ ਜੋ ਕਿ ਸੈਂਟੈਂਸ ਦੇ ਵਿੱਚ ਕੰਮ ਕਰਨ ਵਾਲੇ ਦੇ ਨਾਲ ਉਹਦਾ ਕੀ ਸੰਬੰਧ ਹੈ ਇਹ ਦੱਸਦੀ ਹੈ। it is of two kinds, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਐਕਟਿਵ ਵੌਇਸ ਐਂਡ ਪੈਸਿਵ ਵੌਇਸ। ਸੋ ਐਕਟਿਵ ਵੌਇਸ ਕੀ ਹੁੰਦਾ? when the verb shows that the subject does something, ਜਦੋਂ ਵਰਬ ਇਹ ਸ਼ੋ ਕਰੇ ਕਿ ਹਾਂ ਇਹ ਜੋ ਕੰਮ ਕੀਤਾ ਹੈ, ਇਹ ਜੋ ਕਿਰਿਆ ਕੀਤੀ ਹੈ, ਸਬਜੈਕਟ ਨੇ ਕੀਤੀ ਹੈ, ਇਟ ਇਜ਼ ਸੈਡ ਟੂ ਬੀ ਇਨ ਦਾ ਐਕਟਿਵ ਵੌਇਸ, ਤਾਂ ਇਹ ਐਕਟਿਵ ਵੌਇਸ ਕਹਿਲਾਉਂਦਾ। ਜਿੱਦਾਂ ਰਾਮ ਈਟਸ, ਹੁਣ ਰਾਮ ਨੇ ਖਾਧਾ, ਸੋ ਕੰਮ ਕਿਹਨੇ ਕੀਤਾ? ਰਾਮ ਨੇ। ਕੀ ਖਾਧਾ? ਐਨ ਐਪਲ, ਠੀਕ। ਪਰ ਪੈਸਿਵ ਵੌਇਸ ਵਿੱਚ ਉਲਟਾ ਹੋ ਜਾਂਦਾ। ਪੈਸਿਵ ਵੌਇਸ shows that something is done to the subject। ਪੈਸਿਵ ਵੌਇਸ ਵਿੱਚ ਇੱਦਾਂ ਲੱਗਦਾ ਹੈ ਕਿ ਜਿੱਦਾਂ ਕੁਝ ਕੀਤਾ ਗਿਆ ਹੈ, ਕਿਹਦੇ ਵਾਸਤੇ? ਸਬਜੈਕਟ ਵਾਸਤੇ, ਭਾਵ ਕੰਮ ਕਰਨ ਵਾਲੇ ਵਾਸਤੇ ਕੁਝ ਕੀਤਾ ਗਿਆ ਹੈ। ਸੋ ਇਸੇ ਨੂੰ ਜੋ ਪੈਸਿਵ ਚ ਬਣਾਉਣਾ ਹੋਵੇ ਕੀ ਆਊਗਾ? ਐਨ ਐਪਲ ਇਜ਼ ਈਟਨ ਬਾਏ ਰਾਮ, ਕਿ ਰਾਮ ਦੁਆਰਾ ਐਪਲ ਨੂੰ ਖਾਧਾ ਗਿਆ। ਸੋ ਸਟੂਡੈਂਟਸ, ਜਦੋਂ ਅਸੀਂ ਕਿਸੇ ਵੀ ਨਵੀਂ ਚੀਜ਼ ਨੂੰ ਜ਼ਿਆਦਾ ਹੀ ਰੂਲਸ ਦੇ ਨਾਲ ਜਾਂ ਗ੍ਰਾਮੈਟੀਕਲੀ ਵੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਨੂੰ ਕਈ ਵਾਰ ਉਹ ਚੀਜ਼ਾਂ ਨਹੀਂ ਸਮਝ ਆਉਂਦੀਆਂ। ਸੋ ਮੈਨੂੰ ਯਾਦ ਹੈ ਕਿ ਮੈਂ ਇੱਕ ਵੀਡੀਓ ਬਣਾਈ ਸੀ ਜਿਸ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਕਿ ਸਿੰਪਲੀਫਾਈਡ ਮੈਨਰ ਦੇ ਨਾਲ ਇਸ ਨੂੰ ਸਾਰਾ ਸਮਝਾਇਆ ਜਾਵੇ। ਸੋ ਉਹ ਵਾਲੀ ਵੀਡੀਓ ਮੈਂ ਇੱਥੇ ਅਟੈਚ ਕਰਦਾ ਹਾਂ। ਸੋ ਮੈਂ ਚਾਹਾਂਗਾ ਕਿ ਤੁਸੀਂ ਐਕਟਿਵ ਐਂਡ ਪੈਸਿਵ ਵੌਇਸ ਉੱਥੋਂ ਸਿੱਖੋ। ਸੋ ਉਸ ਵੀਡੀਓ ਤੋਂ ਬਾਅਦ ਐਕਟੀਵਿਟੀ 6 ਤੇ ਆਪਾਂ ਆ ਜਾਾਂਗੇ ਤੇ ਉੱਥੇ ਆਪਾਂ ਐਗਜ਼ਾਮਪਲਸ ਕਰਾਂਗੇ। ਓਕੇ ਜੀ, ਅੱਜ ਅਸੀਂ ਸ਼ੁਰੂ ਕਰਾਂਗੇ ਐਕਟਿਵ ਐਂਡ ਪੈਸਿਵ ਵੌਇਸ। ਵੌਇਸ ਦਾ ਮਤਲਬ ਆਵਾਜ਼ ਵੀ ਹੁੰਦੀ ਹੈ, ਤੇ ਜੇ ਅਸੀਂ ਇਹਦਾ ਵਰਬ ਬਣਾ ਦਈਏ ਤਾਂ ਵੌਇਸ ਦਾ ਮਤਲਬ ਹੁੰਦਾ ਆਪਣੀ ਗੱਲ ਨੂੰ ਕਹਿਣਾ, ਠੀਕ ਹੈ। ਜੋ ਤੁਹਾਡੇ ਹਾਵ ਭਾਵ ਹੈ ਉਹਨੂੰ ਵਿਅਕਤ ਕਰਨੇ, ਕਿਸੇ ਦੇ ਸਾਹਮਣੇ ਰੱਖਣੇ, ਉਹਨੂੰ ਕਹਿੰਦੇ ਨੇ ਵੌਇਸ। ਸੋ ਇੱਥੇ ਵੌਇਸ ਕੀ ਬਣ ਗਿਆ? ਇੱਥੇ ਵਰਬ ਬਣ ਗਿਆ ਵੌਇਸ, ਠੀਕ ਹੈ। ਸੋ ਆਪਾਂ ਜੋ ਪੜਨ ਜਾ ਰਹੇ ਹਾਂ ਐਕਟਿਵ ਐਂਡ ਪੈਸਿਵ ਵੌਇਸ, ਉਹਦਾ ਮਤਲਬ ਵੀ ਇਹੀ ਹੈ ਕਿ ਤੁਹਾਡੀ ਕਹੀ ਹੋਈ ਗੱਲ ਤੁਸੀਂ ਦੋ ਤਰੀਕੇ ਨਾਲ ਕਹਿ ਸਕਦੇ ਹੋ, ਜਾਂ ਤਾਂ ਐਕਟਿਵਲੀ ਜਾਂ ਪੈਸਿਵਲੀ। ਐਕਟਿਵਲੀ ਹੁੰਦਾ ਸਿੱਧਾ ਸਪਸ਼ਟ, ਪੈਸਿਵ ਹੁੰਦਾ ਘੁਮਾ ਕੇ ਥੋੜੀ ਗੱਲ ਕਰਨੀ, ਠੀਕ ਹੈ। ਜੇ ਐਕਟਿਵ ਤੇ ਪੈਸਿਵ ਦੀ ਪੰਜਾਬੀ ਕਰੀਏ ਤਾਂ ਐਕਟਿਵ ਦਾ ਮਤਲਬ ਹੁੰਦਾ ਚੁਸਤ ਤੇ ਪੈਸਿਵ ਦਾ ਮਤਲਬ ਹੁੰਦਾ ਸੁਸਤ, ਠੀਕ। ਸੋ ਆਪਾਂ ਪਹਿਲਾਂ ਡੈਫੀਨੇਸ਼ਨ ਕਰਦੇ ਆ, ਉਸ ਤੋਂ ਬਾਅਦ ਅੱਗੇ ਚੱਲਦੇ ਆ। ਵੌਇਸ is the form of the verb that shows its connection। so voice एक verb ਦੀ form ਹੈ, ਯਾਨੀ ਇੱਕ ਕਿਰਿਆ ਦੀ ਕਿਸਮ ਹੈ ਜਿਹੜੇ ਕਿ ਸੰਬੰਧ ਦੱਸਦੀ ਹੈ। ਕਿਹਦੇ ਨਾਲ ਸੰਬੰਧ ਦੱਸਦੀ ਹੈ? with the subject, ਗੱਲ ਨੂੰ ਕਹਿਣ ਵਾਲੇ ਨਾਲ ਸੰਬੰਧ ਦੱਸਦੀ ਹੈ, ਠੀਕ ਹੈ। ਸੋ ਸਬਜੈਕਟ ਕੋਈ ਗੱਲ ਐਕਟਿਵਲੀ ਕਹਿ ਰਿਹਾ ਹੈ ਕਿ ਸਬਜੈਕਟ ਕੋਈ ਗੱਲ ਪੈਸਿਵਲੀ ਕਹਿ ਰਿਹਾ ਹੈ, ਇਹ ਉਹਦਾ ਸੰਬੰਧ ਦੱਸਦੀ ਹੈ ਕਿ ਗੱਲ ਕਿਸ ਤਰ੍ਹਾਂ ਕਹੀ ਜਾ ਰਹੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਕਿਹੜੀ ਹੁੰਦੀ ਹੈ? ਐਕਟਿਵ ਵੌਇਸ। ਸੈਕੰਡ ਕਿਹੜੀ ਹੁੰਦੀ ਹੈ? ਪੈਸਿਵ ਵੌਇਸ। ਸੋ ਨੈਚੁਰਲ ਵੇ ਕੀ ਹੈ ਕਿ ਅਸੀਂ ਐਗਜ਼ਾਮਪਲਸ ਪਹਿਲਾਂ ਕਰਦੇ ਹਾਂ ਤੇ ਉਹਦੇ ਰੂਲਸ ਬਾਅਦ ਚੋਂ ਬਣਦੇ ਹਨ। ਸੋ ਕਈ ਵਾਰ ਜਦੋਂ ਅਸੀਂ ਐਗਜ਼ਾਮਪਲਸ ਕੀਤੇ ਬਗੈਰ ਰੂਲ ਤੇ ਸਿੱਧਾ ਪਹੁੰਚ ਜਾਂਦੇ ਹਾਂ, ਸਾਨੂੰ ਰੂਲ ਸਮਝ ਨਹੀਂ ਆਉਂਦੇ, ਸਾਨੂੰ ਪਤਾ ਨਹੀਂ ਚੱਲਦਾ ਕਿ ਰੂਲ ਕਿਉਂ ਏਦਾਂ ਬਣੇ ਹਨ। ਸੋ ਆਓ ਆਪਾਂ ਇੱਕ ਸਹੀ ਤਰਤੀਬ ਵਿੱਚ ਚੱਲੀਏ। ਪਹਿਲਾਂ ਐਗਜ਼ਾਮਪਲਸ ਕਰਦੇ ਹਾਂ ਤਾਂ ਕਿ ਸਾਨੂੰ ਰੂਲਸ ਆਰਾਮ ਨਾਲ ਇਹਦੇ ਸਮਝ ਆ ਜਾਣ। ਸੋ ਫਰਸਟ, ਰਾਮ eats an apple, ਇਹ ਹੋ ਗਿਆ ਐਕਟਿਵ ਵੌਇਸ। ਇਹਦਾ ਪੈਸਿਵ ਕੀ ਹੋਏਗਾ? ਤੁਸੀਂ ਕਰਨਾ ਕੀ ਹੈ? 1 2 3, ਇਹ 3 ਨੰਬਰ ਲਗਾ ਦੇਣੇ ਨੇ। ਤੇ ਜਦੋਂ ਪੈਸਿਵ ਬਣਾਉਣਾ 3 ਪਹਿਲੇ ਤੇ ਆ ਜਾਏਗਾ, 2 ਵਿੱਚ ਹੀ ਰਹੇਗਾ ਤੇ 1 ਜਿਹੜਾ ਹੋਏਗਾ ਅਖੀਰ ਤੇ ਆ ਜਾਏਗਾ। ਓਕੇ, ਇਹ ਹੋ ਗਿਆ ਸਾਡਾ ਫਰਸਟ ਰੂਲ। ਕਰੀਏ ਸ਼ੁਰੂ। ਸੋ 3 ਪਹਿਲੇ ਤੇ ਲਾਓ, an apple, ਓਕੇ। 2 ਸੈਂਟਰ ਚ ਲੈ ਕੇ ਆਣਾ, ਸੈਂਟਰ ਚ ਲਾਓ, ਓਕੇ। ਰਾਮ ਅਖੀਰ ਤੇ ਲੈ ਕੇ ਆਣਾ, ਰਾਮ ਅਖੀਰ ਤੇ ਆ ਗਿਆ, ਠੀਕ। ਸੋ ਆਪਣਾ ਇੱਕ ਫਾਰਮੈਟ ਤਿਆਰ ਹੋ ਗਿਆ। ਇਹ ਫਰਸਟ ਫਾਰਮੈਟ ਹੈ, ਐਨ ਐਪਲ ਈਟ ਰਾਮ। ਹੁਣ ਆ ਜੋ ਸੈਕਿੰਡ ਰੂਲ। ਸੈਕਿੰਡ ਰੂਲ ਕੀ ਕਹਿੰਦਾ? ਸੈਕਿੰਡ ਰੂਲ ਕਹਿੰਦਾ ਕਿ ਜਦੋਂ ਪੈਸਿਵ ਵੌਇਸ ਹੁੰਦੀ ਨਾ, ਪੈਸਿਵ ਦਾ ਮਤਲਬ ਸੁਸਤ। ਬੰਦਾ ਸੁਸਤ ਕਦੋਂ ਹੁੰਦਾ? ਜਦੋਂ ਬਜ਼ੁਰਗ ਹੋ ਜਾਂਦਾ। ਇਹਦੇ ਵਿੱਚ ਬਜ਼ੁਰਗ ਹੋ ਗਿਆ ਵਰਬ। ਵਰਬ ਕਿਹੜਾ ਸੀ? ਈਟ। ਈਟ ਕਹਿੰਦਾ ਮੈਂ ਤਾਂ ਨਹੀਂ ਹੁਣ ਕੱਲਾ ਜਾਂਦਾ, ਮੈਨੂੰ ਤਾਂ ਹੈਲਪ ਦੀ ਲੋੜ ਹੈ। ਅੱਛਾ ਠੀਕ ਹੈ ਜੀ, ਹੈਲਪ ਕਰ ਦਿੰਦੇ ਆ। ਕਿਹੜੀ ਹੈਲਪ ਲੋਗੇ ਜੀ? ਲੋ ਜੀ, ਇਹਨਾਂ ਦੇ ਆਪਾਂ ਹੈਲਪਰ ਦਿਖਾਉਂਦੇ ਆ। ਸੋ ਇਹਨਾਂ ਦੇ ਹੈਲਪਰ ਕਿਹੜੇ ਨੇ? is, am, are,
was were ਓਕੇ ਇਹ ਇਹਨਾਂ ਦੇ ਹੈਲਪਰਸ ਹੋ ਗਏ। ਹੁਣ ਆਪਾਂ ਲਗਾਉਂਦੇ ਆ ਐਨ ਐਪਲ ਵਾਜ਼ ਈਟ। ਅਰੇ ਰੁਕੋ ਇੱਕ ਹੁਣ ਮੈਨੂੰ ਈਟ ਦੀ ਗੱਲ ਸੁਣ ਲੈਣ ਦਿਓ। ਓਹੋ ਈਟ ਥੋੜਾ ਪੁਰਾਣੀ ਸੋਚ ਦਾ ਬਜ਼ੁਰਗ ਹੋ ਗਿਆ ਨਾ। ਇਹ ਕਹਿੰਦਾ ਜੀ ਮੈਨੂੰ ਤਾਂ ਮੇਰੀ ਜ਼ਾਤ ਵਾਲਾ ਜਿਹੜਾ ਬੰਦਾ ਨਾ ਉਹੀ ਮੇਰਾ ਹੈਲਪਰ ਲਈ ਭੇਜੋ। ਓਕੇ ਇਹਦਾ ਦੇਖਿਆ ਦੀ ਜ਼ਾਤ ਕਿਹੜੀ ਹੈ ਈਟਸ मतलब present। so present ਦੇ ਸੇਵਾਦਾਰ ਕਿਹੜੇ ਹੋਏ is am are। ਓਕੇ ਸੋ ਇਹਦੇ ਨਾਲ ਤਾਂ ਫਿਰ was ਨਹੀਂ ਆਏਗਾ, ਇਹਦੇ ਨਾਲ ਕੀ ਆਏਗਾ is। ਠੀਕ ਹੈ ਸੋ is ਲਗਾ ਦੋ an apple is। ਇਹ ਹੋ ਗਿਆ ਸਾਡਾ ਸੈਕੰਡ ਰੂਲ। ਥਰਡ ਰੂਲ ਕਹਿੰਦਾ ਹਮੇਸ਼ਾ ਪੈਸਿਵ ਵਾਇਸ ਦੇ ਵਿੱਚ ਥਰਡ ਫਾਰਮ ਲੱਗਣੀ ਹੀ ਲੱਗਣੀ ਹੈ। ਸੋ ਈਟ ਦੀ ਥਰਡ ਫਾਰਮ ਕਿਹੜੀ ਹੋਗੀ ਈਟ ਫਸਟ, ਸੈਕੰਡ ate, थर्ड eaten, eat ate eaten। so ये थर्ड फॉर्म होगी eaten। so इतना तक कंप्लीट हो गया an apple is eaten। ओके हुन किदे द्वारा eat किया गया apple by राम। so एक लाइन बना के सानू किहड़े-किहड़े रूल समझ आए। सब तो पहला रूल कि जो ऑब्जेक्ट है वो असी पहला लगाता, ठीक। उस तो बाद वर्ब सेंटर च आ गया, सेकंड रूल। थर्ड रूल क्या होया सब्जेक्ट पीछे चला गया, ठीक। रूल नंबर 4 की सीखिया कि जे प्रेजेंट इंडेफिनिट है ते हेल्पिंग वर्ब किहड़े यूज होणगे is, am ते are। रूल नंबर 5 की सीखिया वर्ब दी थर्ड फॉर्म लगेगी, ठीक। सो इस एक लाइन विच असी ये 5 रूल सीखे एक्टिव टू पैसिव कन्वर्ट करने लई। सेकंड द पोस्टमैन डिलीवर्ड द लेटर्स। ओके हुण उस तरह शुरू करिए 1 2 3। हुण पैसिव बनाने वाले 3 कितने जाएगा फर्स्ट ते आ जाएगा। फर्स्ट ते क्या आ जाएगा द लेटर्स विचकार डिलीवर्ड। थर्ड नंबर ते द पोस्टमैन। हुण बाकी जेडे हैगे हुण फिल कर लो द लेटर्स तो बाद की आ गया जेडे बुजुर्ग साडे वर्ब है, ठीक है। इन्हां नूं दा हेल्पिंग वर्ब देना पैना, ठीक है। हेल्पिंग वर्ब इन्हां कोल पुछिए किहड़ा चाहते ने हना बाबा जी is am are was were ਕਿਹੜਾ ਚਾਹੀਦਾ ਦੱਸੋ। ਕਹਿੰਦੇ ਮੈਂ ਤਾਂ ਪਾਸਟ ਜਾਤੀ ਦਾ ਮੈਂ ਤਾਂ ਪਾਸਟ ਇੰਡੈਫੀਨਿਟ ਵਾਲਾ ਹੀ ਦੋ। अच्छा जी was ਦੇ ਦਿੰਨੇ ਆ was ਆਏਗਾ पर नहीं was नहीं आएगा। क्यों क्योंकि the letters ज्यादा हो गया, ज्यादा ਦੇ ਨਾਲ ਕੀ ਆਏਗਾ were। the letters were delivered ਕਿਹਦੇ ਦੁਆਰਾ by the postman। ओके गुड। सो ये एग्जांपल सी जिथे आपां नूं सब्जेक्ट जिहड़ा है दिसदा है, ठीक है भी ये काम इन्ने कीता है। पर कई जगह सानू सब्जेक्ट नहीं पता चलता। जिद्दां आपां कहना होवे कि समवन स्टोल माय पेन। हुण ਇਹਦੇ ਵਿੱਚ समवन ਕਿਸੇ ਨੇ ਮੇਰਾ ਪੈਨ ਚੁਰਾ ਲਿਆ। ਸੋ ਦਾ ਪੈਸਿਵ ਤੁਸੀਂ ਸਿੰਪਲ ਇੰਨਾ ਵੀ ਬਣਾ ਦੋਗੇ ਤਾਂ ਵੀ ਠੀਕ ਹੈ ਮਾय पेन वाज स्टोलन। ओके ऐसे तरह दूसरा द विंडो पेन वाज ब्रोकन खिड़की का शीशा किसी द्वारा तोड़िया गया। एक होर एग्जांपल करते हैं जिवें एक्टिवली आपां कहना होवे द बॉस डिसमिस्ड हिम फ्रॉम हिज जॉब कि बॉस ने उसनु डिसमिस करता ਉਹਦੀ जॉब ਤੋਂ। ਇਹ ਤਾਂ ਸਿੱਧੀ ਤੇ ਸਪਸ਼ਟ ਗੱਲ ਹੋ ਗਈ, ਠੀਕ ਹੈ। ਹੁਣ ਜੇ ਇਹਨੂੰ ਪੈਸਿਵਲੀ ਕਹਿਣਾ ਹੋਵੇ ऑब्जेक्ट ਪਹਿਲਾਂ ਆ ਜਾਏਗਾ he was dismissed from his job ਉਸ ਨੂੰ ਜੋਬ ਵਿੱਚੋਂ ਕੱਢ ਦਿੱਤਾ ਗਿਆ। ਸੋ ਇਹ ਆਬਵੀਅਸ ਹੈ ਕਿ ਕਿਸ ਨੇ ਕੱਢਿਆ ਹੋਗਾ ਬੌਸ ਨੇ ਜਾਂ ਮੈਨੇਜਮੈਂਟ ਨੇ, ਠੀਕ ਹੈ। ਸੋ ਉਹ ਚੀਜ਼ਾਂ ਇੱਥੇ ਲਿਖਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ। ਜੇ ਤੁਸੀਂ ਸਿਰਫ ਇੰਨਾ ਹੀ ਲਿਖ ਦੋਗੇ ਕਿ he was dismissed from his job that means it is all right। ਅੱਜ ਹੁਣ ਕੁਝ ਨੈਗੇਟਿਵ ਸੈਂਟੈਂਸ ਬਣਾਈਏ। टाइगर्स डू नॉट ईट ग्रास। सो इसी तरह ही फर्स्ट सेकंड थर्ड लगा लो कि टाइगर्स ईट ग्रास। ओके सब तो पहला क्या आ गया ग्रास, ਅੱਗੇ ਕੀ ਆਇਆ ਈਟਨ ਬਜ਼ੁਰਗ। ਇਹਨੂੰ ਕੀ ਚਾਹੀਦਾ ਹੈਲਪਿੰਗ ਵਰਬ। ਸਾਡੇ ਕੋਲ ਕਿਹੜੇ ਹੈਲਪਿੰਗ ਵਰਬ ਪਏ ਨੇ is, am, are, was, were। ਉੱਪਰ ਕਿਹੜਾ ਟੈਂਸ ਹੈ ਪ੍ਰੈਜ਼ੈਂਟ ਡੂ ਨੋਟ ਲੱਗਿਆ ਨਾ। ਸੋ ਕੀ ਆਏਗਾ is, am, are ਕੇ was, were। is grass is not eaten by tigers। second he grows green vegetables। ਉਹ ਹਰੀਆਂ ਸਬਜ਼ੀਆਂ ਉਗਾਉਂਦਾ ਹੈ। green vegetables are grown by him। ਹੁਣ ਆਪਾਂ इंटेरोगेटिव सेंटेंसेस करते हैं, ठीक है। डू मैनी पीपल वॉच दिस सीरियल कि ज्यादा लोग ये सीरियल देखते हैं। इज दिस सीरियल वॉच्ड बाय मैनी पीपल। ओके जी एक्टिविटी 6 चेंज द एक्टिव वॉइस ऑफ द फॉलोइंग सेंटेंसेस टू पैसिव वॉइस। हुण आपां इसे ही लेसन दी एक्टिविटी 6 करते हैं ते एक्टिव वॉइस नूं आपां पैसिव वॉइसेस चेंज करते हैं। फर्स्ट हरीश प्लेज क्रिकेट। हरीश क्रिकेट खेडदा है।
Cricket is played by Harish. She does not like singing. Singing is not liked by her. We fly kites. Kites are flown by us. Meera helps the poor. The poor are helped by Meera. I do my work. My work is done by me. Hamid does his homework. His homework is done by Hamid. The boys do not watch television. Television is not watched by the boys. Does the cobbler mend my shoes? Are my shoes mended by the cobbler? She hates liars. Liars are hated by her. Do children like sweets? Are sweets liked by children? So next है simple past indefinite tense. So ਆਪਾਂ ਜਿਸ ਤਰ੍ਹਾਂ ਪਹਿਲਾਂ is ਦਾ ਮਾਰ ਲਗਾਉਂਦੇ ਸੀ ਹੁਣ ਉਸ ਜਗ੍ਹਾ ਤੇ ਆਪਾਂ was for ਲਗਾ ਦੇਣਾ ਹੈ ਤੇ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਚੇਂਜ ਕਰ ਦੇਣਾ। ਸੋ ਪਹਿਲਾਂ ਐਗਜ਼ਾਮਪਲਸ ਦੇਖ ਲੈਂਦੇ ਹਾਂ। ਕਪਿਲ ਦੇਵ broke the record. The record was broken by Kapil Dev. The principal punished the boys. The boys were punished by the principal. Activity 7. Rama lost his book. His book was lost by Rama. They welcomed me. I was welcomed by them. Minna wrote a letter. A letter was written by Minna. Mohan did not sing a song. A song was not sung by Mohan. Radha did not drink coffee. Coffee was not drunk by Radha. Harish did not paint a picture. A picture was not painted by Harish. Did the boys fly kites? Were kites flown by the boys? Did you close the door? Was the door closed by you? Did Kavita help you? Were you helped by Kavita? The Prime Minister honored Sachin Tendulkar. Sachin Tendulkar was honored by the Prime Minister. Future indefinite tense. So ਜਿੱਥੇ ਆਪਾਂ is ਦਾ ਮਾਰ ਪਹਿਲਾਂ present ਵਿੱਚ ਲਗਾਇਆ was were past ਵਿੱਚ ਲਗਾਇਆ ਹੁਣ ਉਸ ਜਗ੍ਹਾ ਤੇ ਆਪਾਂ will shall ਤੇ be ਲਗਾ ਦਾਂਗੇ ਥਰਡ ਫਾਰਮ ਲੱਗੇਗੀ ਹੀ ਲੱਗੇਗੀ। ਸੋ ਐਗਜ਼ਾਮਪਲ ਦੇਖ ਲੈਂਦੇ ਹਾਂ। He will play 2 matches. 2 matches ਠੀਕ ਹੈ ਪਹਿਲਾਂ ਆ ਜਾਏਗਾ ਤੇ by him ਅਖੀਰ ਤੇ ਆ ਜਾਏਗਾ ਤੇ play ਦੀ ਜਗ੍ਹਾ ਤੇ ਥਰਡ ਫਾਰਮ ਲੱਗ ਜਾਏਗੀ played। ਸੋ ਬਾਕੀ ਜਗ੍ਹਾ ਰਹਿ ਗਈ is ਦਾ ਮਾਰ ਵਾਲੀ was were ਵਾਲੀ ਉੱਥੇ ਕੀ ਲਗਾਉਣਾ ਸੀ will be। ਸੋ 2 matches will be played by him। Next she will help me। I ਠੀਕ ਹੈ me ਦਾ ਕੀ ਚੇਂਜ ਹੋ ਗਿਆ I shall be helped by her। Activity 8. Manohar will solve the sums. The sums will be solved by Manohar. You will miss your bus. Your bus will be missed by you. The teacher will punish the boys. The boys will be punished by the teacher. The doctor will examine the patient. The patient will be examined by the doctor. The children will enjoy this game. This game will be enjoyed by the children. You will join the party. The party will be joined by you. He will not cook the food. The food will not be cooked by him. She will not wash the clothes. The clothes will not be washed by her. Will they elect the president? Will the president be elected by them? Will she speak the truth? Will the truth be spoken by her? Activity 9. Learning to listen. as ਆਪਾਂ ਸੁਣਨਾ ਸਿੱਖਾਂਗੇ। Your teacher will read a passage on road safety. ਤੁਹਾਡੇ ਟੀਚਰ road safety ਉੱਤੇ ਇੱਕ passage ਨੂੰ ਪੜ੍ਹਨਗੇ। He will read the passage twice with a gap of 5 minutes. ਉਸ ਪੈਰੇ ਨੂੰ 5 ਮਿੰਟ ਦੇ ਗੈਪ ਦੇ ਨਾਲ 2 ਵਾਰ ਪੜ੍ਹਨਗੇ। The passage explains some points regarding do's and don'ts while driving। ਉਹ ਪੈਸੇਜ ਦੇ ਵਿੱਚ ਦੱਸਿਆ ਜਾਏਗਾ ਕਿ ਜਦੋਂ ਤੁਸੀਂ ਡਰਾਈਵਿੰਗ ਕਰਨੀ ਹੈ ਤੇ ਕਿਹੜੀਆਂ ਚੀਜ਼ਾਂ ਤੁਸੀਂ ਕਰਨੀਆਂ ਹਨ ਤੇ ਕਿਹੜੀਆਂ ਨਹੀਂ ਕਰਨੀਆਂ ਹਨ। ਮੇਕ ਅ ਲਿਸਟ ਆਫ ਡੂਜ਼ ਐਂਡ ਡੋਂਟਸ। ਓਕੇ ਇੱਕ ਲਿਸਟ ਬਣਾਓ ਜਿਹਦੇ ਵਿੱਚ ਡੂਜ਼ ਵਾਲੀ ਲਿਸਟ ਅਲੱਗ ਹੋਵੇ ਤੇ ਡੋਂਟਸ ਵਾਲੀ ਅਲੱਗ ਹੋਵੇ। 3-5 ਵਰਡਸ ਓਨਲੀ ਜਿਹਦੇ ਵਿੱਚ ਤੁਸੀਂ ਡੂਜ਼ ਵਿੱਚ 3-5 ਵਰਡਸ ਤੇ ਇੱਕ ਪੁਆਇੰਟ ਬਣਾ ਲੈਣਾ ਹੈ। ਇਸੇ ਤਰ੍ਹਾਂ ਡੋਂਟਸ ਵਾਲੇ ਖਾਨੇ 'ਚ ਤੁਸੀਂ 3-5 ਵਰਡਸ ਦਾ ਇੱਕ ਪੁਆਇੰਟ ਬਣਾ ਕੇ ਲਿਖ ਲੈਣਾ। ਵਾਈਲ ਯੂ ਲਿਸਨ ਟੂ ਯੋਰ ਟੀਚਰ। ਜਦੋਂ ਤੁਸੀਂ ਆਪਣੇ ਟੀਚਰ ਨੂੰ ਸੁਣਦੇ ਹੋਵੋ।
Complete your points when you listen to her the second time. So ਜਦੋਂ ਦੁਬਾਰਾ ਬੋਲਣ ਤਾਂ ਆਪਣੇ ਪੁਆਇੰਟ ਜਿਹੜੇ ਹੈਗੇ ਤੁਸੀਂ ਕੰਪਲੀਟ ਕਰ ਲੈਣੇ ਆ. Refer to appendix first at page number 168. So ਟੀਚਰ ਕਿੱਥੋਂ ਪੜ੍ਹ ਕੇ ਬੋਲਣਗੇ? ਪੇਜ ਨੰਬਰ 168 ਤੋਂ appendix 1 ਵਿੱਚੋਂ. ਓਕੇ ਜੀ, ਤੁਹਾਡੇ ਲਈ ਮੈਂ ਪੜ੍ਹ ਦਿੰਦਾ ਹਾਂ ਤੇ ਤੁਸੀਂ ਇੱਥੇ ਜੋ ਡੂਜ਼ ਵਾਲੇ ਹਨ ਉਹ ਲਿਖ ਲੈਣੇ ਹਨ ਤੇ ਡੋਂਟਸ ਵਾਲੇ ਉਹ ਲਿਖ ਲੈਣੇ ਹਨ ਕਿ ਮੈਂ ਇਹ ਵਾਲੀਆਂ ਚੀਜ਼ਾਂ ਕਰਾਂਗਾ ਜਦੋਂ ਮੈਂ ਡਰਾਈਵਿੰਗ ਕਰ ਰਿਹਾ ਹੋਵਾਂਗਾ ਤੇ ਇਹ ਵਾਲੀਆਂ ਚੀਜ਼ਾਂ ਦਾ ਮੈਂ ਧਿਆਨ ਰੱਖਾਂਗਾ ਕਿ ਇਹ ਗਲਤੀਆਂ ਮੈਂ ਨਾ ਕਰਾਂ. ਉਹ ਡੋਂਟਸ ਵਿੱਚ ਤੁਸੀਂ ਲਿਖ ਲੈਣੀਆਂ ਹਨ. ਆਓ ਆਪਾਂ ਉਹ ਪਹਿਲਾਂ ਪੈਰਾ ਪੜ੍ਹਦੇ ਹਾਂ. ਸੇਫਟੀ ਟਿਪਸ ਫॉर ਡਰਾਈਵਿੰਗ. ਸੇਫਟੀ ਇਜ਼ ਸਮਥਿੰਗ that drivers should keep in mind at all times. After all, when you are operating a motorized vehicle, you have a responsibility to do your part to keep the roadway safe for yourself, other drivers, passengers, and others who may be affected by traffic accidents. First, you must always stay alert. Pay attention to your actions and those of the drivers around you when you are driving. Second, you should always wear your seat belt. Not only are you more likely to get injured in an accident if you aren't wearing a seat belt, you can also be fined for failing to do so. You must always follow traffic signals and pay close attention to and obey stop signs and traffic lights. Fourth, when you see a stop sign or a red light, it's important to stop, even if you think no other vehicles are coming. Fifth, you must never text and drive. It is never acceptable to write text messages when driving. Sixth, you must always avoid distractions. Changing CDs, using cell phones, eating and interacting with passengers are some examples of distractions that you should avoid when driving. Seventh, you must never drink and drive. Driving when you are under the influence of alcohol can be very dangerous for the driver and also for others on the road. You must always give right of way when other drivers have the right of way. Be sure to give to them. Also, don't make the mistake of assuming that everyone else will yield to you. Ninth, you must always share the road. Remember that you are not the only driver on the road. An important safety tip that everyone needs to follow is the need to share the road with others graciously, recognizing that all drivers deserve to be treated with respect.